ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਰਾਜਸੀ ਖੱਲਾ ਅਤੇ ਟਕਰਾਅ ਦੀ ਸੂਰਤ ਬਾਰੇ ਵਿਚਾਰ ਸਾਂਝੇ ਕਰਾਂਗੇ। ਦਰਬਾਰ ਸਾਹਿਬ ਉੱਤੇ ਹਮਲੇ ਦੇ ਤੁਰੰਤ ਬਾਅਦ ਸਿੱਖ ਕੌਮ ਦੀ ਰਾਜਸੀ ਤੇ ਮਨੋਵਿਗਿਆਨਿਕ ਦਸ਼ਾ ਨੂੰ ਜੇਕਰ ਇੱਕੋ ਵਾਕ ਵਿੱਚ ਬਿਆਨ ਕਰਨਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸਿੱਖ ਗੁੱਸੇ ਨਾਲ ਭਰੇ ਪਿੱਤੇ ਪਏ ਸਨ, ਪਰ ਉਹਨਾਂ ਨੂੰ ਯੋਗ ਅਗਵਾਈ ਦੇਣ ਵਾਲਾ ਕੋਈ ਨਹੀਂ ਸੀ ਰਿਹਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਹੋ ਗਏ ਸਨ। ਉਹਨਾਂ ਦੇ ਸਮਰਥਕਾਂ ਸੇਵਕਾਂ 'ਚੋਂ ਉਹਨਾਂ ਦੀ ਜਗ੍ਹਾ ਲੈਣ ਵਾਲਾ ਕੋਈ ਨਹੀਂ ਸੀ ਰਿਹਾ। ਜਿਸਮਾਨੀ ਅਰਥਾਂ ਵਿੱਚ ਲਿਆ ਜੁਝਾਰੂ ਕੈਂਪ ਦਾ ਇੱਕ ਵਾਰ ਤਾਂ ਲਗਭਗ ਸਫਾਇਆ ਹੋ ਗਿਆ ਸੀ। ਮੁੱਖ ਲੜਾਕੂ ਫੋਰਸ ਹਮਲੇ ਦੌਰਾਨ ਭਾਰਤੀ ਫੌਜ ਨਾਲ ਲੜਦੀ ਹੋਈ ਸ਼ਹੀਦ ਹੋ ਗਈ ਸੀ। ਜੋ ਬਚ ਗਏ ਸਨ ਉਹ ਜਾਂ ਗ੍ਰਿਫਤਾਰ ਕਰ ਲਏ ਗਏ ਸਨ ਅਤੇ ਜਾਂ ਹਕੂਮਤੀ ਜ਼ੁਲਮਾਂ ਦੇ ਝੱਖੜ ਤੋਂ ਆਪਣਾ ਬਚਾਓ ਕਰਨ ਲਈ ਇੱਧਰ ਉੱਧਰ ਨਿਕਲ ਗਏ ਸਨ। ਦੂਜੇ ਪਾਸੇ ਅਕਾਲੀ ਖੇਮੇ ਦੀ ਹਾਲਤ ਇਸ ਨਾਲੋਂ ਵੀ ਬਦਤਰ ਹੋ ਗਈ ਸੀ। ਪਹਿਲੀ ਪਾਲ ਦੀ ਅਕਾਲੀ ਲੀਡਰਸ਼ਿਪ ਜੇਲ੍ਹਾਂ ਵਿੱਚ ਬੰਦ ਹੋ ਗਈ ਜਾਂ ਕਰ ਦਿੱਤੀ ਗਈ ਸੀ। ਅਕਾਲੀ ਲੀਡਰਸ਼ਿਪ ਬਾਹਰ ਵੀ ਹੁੰਦੀ ਫਿਰ ਵੀ ਉਸ ਦੀ ਗੁੱਸੇ ਨਾਲ ਭਰੀ ਪੀਤੀ ਕੌਮ ਦੀ ਯੋਗ ਰਹਿਨੁਮਾਈ ਕਰ ਸਕਣ ਦੀ ਰਾਜਨੀਤਿਕ ਹੈਸੀਅਤ ਨਹੀਂ ਸੀ ਰਹੀ। ਧਰਮ ਯੁੱਧ ਮੋਰਚੇ ਦੇ ਸਮੁੱਚੇ ਅਮਲ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਟਾਕਰੇ ਵਿੱਚ ਅਕਾਲੀ ਆਗੂਆਂ ਦੇ ਪੈਰਾਂ ਹੇਠੋਂ ਰਾਜਸੀ ਜ਼ਮੀਨ ਲਗਾਤਾਰ ਖਿਸਕਦੀ ਚਲੀ ਗਈ ਸੀ। ਅਕਾਲੀ ਆਗੂਆਂ ਦੇ ਰਾਜਸੀ ਦ੍ਰਿਸ਼ਟੀਕੋਣ ਦੀਆਂ ਸੀਮਤਾਈਆਂ ਅਤੇ ਉਹਨਾਂ ਦੇ ਨੈਤਿਕ ਕਿਰਦਾਰ ਦੀਆਂ ਵਿਰਲਾਂ ਇਸ ਦੇ ਪ੍ਰਮੁੱਖ ਕਾਰਨ ਸਨ। ਅਕਾਲੀ ਆਗੂ ਮੁੱਖ ਰੂਪ ਵਿੱਚ ਸੌਦੇਬਾਜ਼ੀ ਦੀ ਰਾਜਨੀਤੀ ਕਰ ਰਹੇ ਸਨ, ਜਿਸ ਦਾ ਆਖਰੀ ਨਿਸ਼ਾਨਾ ਭਾਰਤ ਦੇ ਹਿੰਦੂ ਹੁਕਮਰਾਨ ਵਰਗ ਦੇ ਸਮੁੱਚੇ ਦਾਅਵੇ ਹੇਠ ਸੱਤਾ ਦੀ ਵੰਡ ਵਿੱਚੋਂ ਆਪਣਾ ਨਿਮਾਣਾ ਹਿੱਸਾ ਵੰਡਾਉਣਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਰ-ਪਾਰ ਦੀ ਲੜਾਈ ਲੜ ਰਿਹਾ ਸੀ, ਜਿਸ ਦਾ ਮਨੋਰਥ ਹਿੰਦੂ ਹਾਕਮਾਂ ਦੇ ਦਾਅਵੇ ਹੇਠ ਸੱਤਾ ਵਿੱਚ ਨਿਮਾਣੀ ਤੇ ਨਿਦਾਨੀ ਹਿੱਸੇਦਾਰੀ ਤੋਂ ਅੱਗੇ ਵੱਧ ਕੇ ਸਿੱਖਾਂ ਦੇ ਆਪਣੇ ਘਰ ਪੰਜਾਬ ਵਿੱਚ ਉਹਨਾਂ ਦੀ ਮੁਕੰਮਲ ਸਰਦਾਰੀ ਸਥਾਪਿਤ ਕਰਨਾ ਸੀ। ਕਈ ਸਾਰੇ ਇਤਿਹਾਸਕ ਤੇ ਸਮਕਾਲੀ ਕਾਰਨਾਂ ਦੀ ਵਜ੍ਹਾ ਕਰਕੇ ਸਿੱਖ ਜਨਤਾ ਦਾ ਰੋਹ ਲਗਾਤਾਰ ਅਤੇ ਭਾਰੀ ਤੇਜ਼ੀ ਨਾਲ ਸੰਤ ਜਰਨੈਲ ਸਿੰਘ ਦੇ ਪੱਖ ਵਿੱਚ ਉਲਰਦਾ ਚਲਾ ਗਿਆ ਸੀ। ਆਮ ਸਿੱਖ ਜਨਤਾ ਦੇ ਮਨਾਂ ਅੰਦਰ ਅਕਾਲੀ ਆਗੂਆਂ ਬਾਰੇ ਈਮਾਨ ਦੇ ਕੱਚੇ ਤੇ ਬੁਜ਼ਦਿਲ ਹੋਣ ਦਾ ਨਾਂ ਪੱਖੀ ਪ੍ਰਭਾਵ ਤਕੜਾ ਜ਼ੋਰ ਫੜ ਗਿਆ ਸੀ। ਦਰਬਾਰ ਸਾਹਿਬ ਉੱਤੇ ਹਮਲੇ ਨਾਲ ਇਹ ਅਮਲ ਆਪਣੇ ਸਿਖਰ ਤੇ ਪਹੁੰਚ ਗਿਆ ਸੀ। ਫਰਕ ਬੜਾ ਉਗੜਵਾਂ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਰਬਾਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਕਰਨ ਲਈ ਸੂਰਮ ਗਤੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਅਕਾਲੀ ਆਗੂਆਂ ਨੇ ਆਪਣੇ ਆਪ ਨੂੰ ਨਿਰਮਾਣਤਾ ਸਹਿਤ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ ਸੀ। ਹਮਲੇ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਲਈ ਮਰ ਮਿਟਣ ਦਾ ਜੋ ਐਲਾਨ ਸੰਤ ਜਰਨੈਲ ਸਿੰਘ ਨੇ ਕੀਤਾ ਸੀ, ਉਹ ਉਹਨਾਂ ਪੂਰਨ ਨਿਹਚਾ ਤੋਂ ਕੀਤਾ ਸੀ। ਇਸ ਕਰਕੇ ਉਸ ਨੇ ਜੋ ਕਿਹਾ ਉਹ ਕਰ ਦਿਖਾਇਆ। ਪਰ ਇਸ ਆਸ਼ੇ ਦੀ ਜੋ ਬਿਆਨਬਾਜ਼ੀ ਅਕਾਲੀ ਆਗੂਆਂ ਤੇ ਸਿੰਘ ਸਾਹਿਬਾਨ ਹੋਰਾਂ ਕੀਤੀ ਸੀ, ਉਹ ਮਹਿਜ ਰਸਮੀ ਤੇ ਆਦਤਨ ਸੀ। ਉਹ ਕਿਸੇ ਦਿਲੀ ਨਿਹਚਾ ਯਕੀਨ ਚੋਂ ਨਹੀਂ ਨਿਕਲੀ ਸੀ, ਜਿਸ ਕਰਕੇ ਉਹ ਇਸ ਉੱਤੇ ਖਰੇ ਨਹੀਂ ਉਤਰ ਸਕੇ ਸਨ। ਹਮਲੇ ਤੋਂ ਬਾਅਦ ਇਹ ਬਿਆਨਬਾਜ਼ੀ ਉਹਨਾਂ ਲਈ ਭਾਰੀ ਪੈ ਗਈ ਸੀ। ਇਹ ਉਹਨਾਂ ਦੇ ਮੂੰਹ ਚਿੜਾ ਰਹੀ ਸੀ। ਸੋ ਅਕਾਲੀ ਆਗੂਆਂ ਦੀ ਸਾਰੀ ਰਾਜਨੀਤੀ ਖੇਡ ਦਾ ਸਿੱਟਾ ਇਹ ਨਿਕਲਿਆ ਕਿ ਉਹ ਸਿੱਖ ਜਨਤਾ ਦੀਆਂ ਨਜ਼ਰਾਂ ਵਿੱਚ ਕੋਡੀਓ ਖੋਟੇ ਹੋ ਕੇ ਰਹਿ ਗਏ ਸਨ। ਉਹ ਜੇਕਰ ਜੇਲ੍ਹ ਚੋਂ ਬਾਹਰ ਵੀ ਹੁੰਦੇ ਤਾਂ ਸਿੱਖ ਜਨਤਾ ਨੇ ਉਹਨਾਂ ਨਾਲ ਜੇਕਰ ਗੁਰਖਤ ਭਾਸ਼ਾ ਦਾ ਇਸਤੇਮਾਲ ਕਰਨਾ ਹੋਵੇ ਉਹੀਓ ਕੁੱਤੇ ਖਾਣੀ ਕਰਨੀ ਸੀ, ਜਿਸ ਦਾ ਸਵਾਦ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ ਚੱਖਣਾ ਪਿਆ ਸੀ। ਜਦ ਉਸ ਨੇ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਚੰਡੀਗੜ੍ਹ ਦੇ ਇੱਕ ਗੁਰਦੁਆਰੇ ਅੰਦਰ ਸੰਗਤ ਨੂੰ ਸੰਬੋਧਨ ਕਰਦਿਆਂ ਮੌਕੇ ਤੇ ਮੌਜੂਦ ਜੋਸ਼-ਮੱਤੇ ਨੌਜਵਾਨਾਂ ਨੂੰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਤੋਂ ਵਰਜਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਅਕਾਲੀ ਲੀਡਰਸ਼ਿਪ ਦੀ ਪਹਿਲੀ ਪਾਲ ਦਾ ਇਹ ਹਾਲ ਸੀ ਤਾਂ ਜੇਲ੍ਹਾਂ ਤੋਂ ਬਾਹਰ ਦੂਜੀ ਜਾਂ ਤੀਜੀ ਪਾਲ ਦੇ ਆਗੂ ਕੀ ਸਵਾਰ ਸਕਦੇ ਸਨ। ਇਸ ਸਥਿਤੀ ਵਿੱਚ ਪੰਜ ਸਿੰਘ ਸਾਹਿਬਾਨ ਨੇ ਕਾਫੀ ਜੱਕੋ-ਤੱਕੀ ਤੋਂ ਬਾਅਦ ਲੀਡਰਸ਼ਿਪ ਦੇ ਇਸ ਖਲਾਅ ਨੂੰ ਦੂਰ ਕਰਨ ਲਈ ਸਿੱਖ ਪੰਥ ਨੂੰ ਉਸ ਸੰਕਟ ਦੀ ਕੜੀ ਅਗਵਾਈ ਮੁਹੱਈਆ ਕਰਨ ਦੀ ਕਠਿਨ ਜ਼ਿੰਮੇਵਾਰੀ ਉਠਾਉਣ ਦਾ ਨਿਰਣਾ ਕੀਤਾ। ਉਸ ਮੌਕੇ ਜੋ ਬਾਹਰ ਮੁਖੀ ਤੇ ਸਿੱਖ ਕੌਮ ਦੇ ਅੰਤਰਮੁਖੀ ਹਾਲਾਤ ਬਣੇ ਹੋਏ ਸਨ,
ਉਸ ਦੇ ਸਨਮੁਖ ਸਿੱਖ ਪੰਥ ਨੂੰ ਅਗਵਾਈ ਦੇਣ ਦਾ ਕਾਰਜ ਸ਼ੇਰ ਦੀ ਸਵਾਰੀ ਕਰਨ ਤੋਂ ਘੱਟ ਮੁਸ਼ਕਲ ਨਹੀਂ ਸੀ। ਸਥਿਤੀ ਦਾ ਤਰਾਸਦਿਕ ਪਹਿਲੂ ਇਹ ਸੀ ਕਿ ਪੰਜ ਸਿੰਘ ਸਾਹਿਬਾਨ ਘੋੜੇ ਦੀ ਸਵਾਰੀ ਕਰਨ ਦੇ ਵੀ ਚੱਜ ਨਾਲ ਸਮਰਥ ਨਹੀਂ ਸਨ। ਉਹਨਾਂ ਦੀ ਹੋਣੀ ਅਕਾਲੀ ਆਗੂਆਂ ਨਾਲ ਸਾਂਝੀ ਸੀ। ਅਕਾਲੀ ਆਗੂਆਂ ਦੇ ਵਾਂਗ ਹੀ ਸਿੰਘ ਸਾਹਿਬਾਨ ਅੰਦਰ ਵੀ ਨਾ ਸਿਰਫ ਰਾਜਨੀਤਿਕ ਸੂਝ-ਬੂਝ ਦੀ ਚੁਭਵੀਂ ਕਮੀ ਸੀ, ਨੈਤਿਕ ਕਿਰਦਾਰ ਦੀ ਦ੍ਰਿਸ਼ਟੀ ਤੋਂ ਵੀ ਉਹ ਅਕਾਲੀ ਆਗੂਆਂ ਨਾਲੋਂ ਕੋਈ ਬਹੁਤੇ ਅਲੱਗ ਜਾਂ ਅੱਛੇ ਨਹੀਂ ਸਨ। ਹਮਲੇ ਤੋਂ ਪਹਿਲਾਂ ਉਹਨਾਂ ਬਾਰੇ ਅਕਾਲੀ ਲੀਡਰਸ਼ਿਪ ਦੇ ਇਸ਼ਾਰਿਆਂ 'ਤੇ ਚੱਲਣ ਦਾ ਪ੍ਰਭਾਵ ਬਣ ਗਿਆ ਹੋਇਆ ਸੀ। ਹਮਲੇ ਤੋਂ ਬਾਅਦ ਉਹਨਾਂ ਨੇ ਫੌਜੀ ਅਧਿਕਾਰੀਆਂ ਦੇ ਪ੍ਰਤੱਖ ਦਬਾਅ ਹੇਠ ਆ ਕੇ ਟੈਲੀਵਿਜ਼ਨ ਦੇ ਪਰਦੇ 'ਤੇ ਆ ਕੇ ਜਿਸ ਕਿਸਮ ਦੀ ਬਿਆਨਬਾਜ਼ੀ ਕੀਤੀ ਸੀ, ਉਸ ਨਾਲ ਉਸ ਮੌਕੇ ਸਿੱਖ ਕੌਮ ਅੰਦਰ, ਖਾਸ ਕਰਕੇ ਨੌਜਵਾਨ ਵਰਗ ਅੰਦਰ ਉਹਨਾਂ ਦਾ ਕੋਈ ਬਹੁਤਾ ਚੰਗਾ ਅਕਸ ਨਹੀਂ ਸੀ ਬਣਿਆ। ਅਕਾਲੀਆਂ ਆਗੂਆਂ ਵਾਂਗ ਹੀ ਉਹਨਾਂ ਬਾਰੇ ਵੀ ਕਮਜ਼ੋਰ ਦਿਲੇ ਤੇ ਕਾਇਰ ਹੋਣ ਦੀ ਧਾਰਨਾ ਬਣ ਗਈ ਸੀ। ਕਿਸੇ ਆਗੂ ਸਿੱਖ ਹਸਤੀ ਬਾਰੇ ਅਜਿਹੀ ਧਾਰਨਾ ਉਸ ਵਿਸ਼ੇਸ਼ ਸਥਿਤੀ ਵਿੱਚ ਬੇਹੱਦ ਨੁਕਸਾਨ ਉਪਜਾਊ ਨਿਰਾ ਤਬਾਹੀ ਦਾ ਘਰ ਹੀ ਸੀ। ਉਸ ਮੌਕੇ ਅਤ ਦਰਜੇ ਤੱਕ ਦੁਖੀ ਤੇ ਅਪਮਾਨਿਤ ਹੋਏ ਮਹਿਸੂਸ ਕਰ ਰਹੇ ਸਿੱਖ ਭਾਈਚਾਰੇ ਨੂੰ ਕਿਸੇ ਸਿੱਖ ਰਹਿਬਰ ਦੀ ਜ਼ਾਲਮ ਹਕੂਮਤ ਮੂਹਰੇ ਕਮਜ਼ੋਰ ਤੇ ਨਿਮਾਣਾ ਜਿਹਾ ਬਣ ਕੇ ਪੇਸ਼ ਹੋਣ ਵਾਲੀ ਕੋਈ ਵੀ ਗੱਲ ਜਾਂ ਅਦਾ ਪੁੱਜ ਕੇ ਭੈੜੀ ਲੱਗਦੀ ਸੀ। ਕਿਸੇ ਵਕਾਰੀ ਸਿੱਖ ਹਸਤੀ ਦਾ ਜ਼ਾਲਮ ਹਕੂਮਤ ਅੱਗੇ ਸੁੱਤ ਭਰ ਵੀ ਲਿਫਣਾ ਸਿੱਖਾਂ ਨੇ ਨੌਜਵਾਨ ਵਰਗ ਦੇ ਖਾਸ ਕਰਕੇ ਹੀ ਸੀਨੇ ਅੰਦਰ ਲਾਂਬੂ ਲਾ ਦਿੱਤਾ ਸੀ। ਉਸ ਵੇਲੇ ਛਲਨੀ ਹੋਏ ਸਿੱਖ ਹਿਰਦਿਆਂ ਅੰਦਰ ਸੰਤ ਜਰਨੈਲ ਸਿੰਘ ਦਾ ਜਰਨੈਲੀ ਬਿੰਬ ਇੱਕ ਤੜਪ ਬਣ ਕੇ ਸਮਾ ਗਿਆ ਹੋਇਆ ਸੀ। ਉਸ ਦਾ ਧੜੱਲਾ ਤੇ ਦੀਦਾ ਦਲੇਰੀ, ਉਸ ਦਾ ਅਣਲਿਫ ਇਰਾਦਾ ਤੇ ਫੌਲਾਦੀ ਦ੍ਰਿੜਤਾ, ਸੱਚ ਚਰਿੱਤਰਤਾ ਤੇ ਨਿਸ਼ਕਪਟਤਾ, ਕੁਰਬਾਨੀ ਦੀ ਸਪਰਿਟ ਤੇ ਸੁਰਮਗਤੀ ਦਾ ਜਜ਼ਬਾ ਅਤੇ ਉਸ ਦੀ ਫਕੀਰੀ ਤੇ ਨਿਰਮਲਤਾ ਨੇ ਸਿੱਖਾਂ ਦੇ ਮਨਾਂ ਨੂੰ ਐਸਾ ਕਦਰ ਮੋਹ ਲਿਆ ਸੀ ਕਿ ਇਸ ਤੋਂ ਘੱਟ ਕੋਈ ਗੱਲ ਉਹਨਾਂ ਦੀ ਤਸੱਲੀ ਨਹੀਂ ਸੀ ਕਰਾਉਂਦੀ। ਲੀਡਰ ਦੀ ਕਮਜ਼ੋਰੀ ਤੇ ਦੁਰਬਲਤਾ, ਦੋਗਲਾਪਣ ਤੇ ਡਾਵਾਂ-ਡੋਲਤਾ, ਬੁੱਕਲ ਵਿੱਚ ਗੁੜ ਦੀ ਭੇਲੀ ਭੰਨਣ ਦੀ ਕੁਰੂਚੀ ਤੇ ਆਦਤ ਭਾਵ ਓਲੇ ਵਾਲੀ ਰਾਜਨੀਤੀ ਉਹਨਾਂ ਅੰਦਰ ਪੁਰਹਿਤ ਪੈਦਾ ਕਰਦੀ ਸੀ। ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਇਹ ਸਿੱਖਾਂ ਦੇ ਅੰਤਰਮੁਖੀ ਵਤੀਰੇ ਦਾ ਬਹੁਤ ਵੀ ਉਗੜਵਾਂ ਲੱਛਣ ਬਣ ਗਿਆ ਸੀ, ਜਿਸ ਦਾ ਤੇਜ ਪ੍ਰਤਾਪ ਲਗਭਗ ਇੱਕ ਦਹਾਕੇ ਤੱਕ ਬਣਿਆ ਰਿਹਾ। ਉਸ ਤੋਂ ਬਾਅਦ ਇਹ ਜਜ਼ਬਾ ਹੌਲੀ-ਹੌਲੀ ਕਮਜ਼ੋਰ ਪੈਂਦਾ ਚਲਾ ਗਿਆ। ਇਸ ਪ੍ਰਸੰਗ ਵਿੱਚ ਵੇਖਿਆ ਪੰਜ ਸਿੰਘ ਸਾਹਿਬਾਨ ਸਾਹਮਣੇ ਪੇਸ਼ ਬਹੁਮੁਖੀ ਤੇ ਅੰਤਰਮੁਖੀ ਚੁਣੌਤੀਆਂ ਦਾ ਖਾਕਾ ਸਾਫ਼ ਉਘੜ ਆਉਂਦਾ ਹੈ। ਸਭ ਤੋਂ ਵੱਡੀ ਮੁਸ਼ਕਿਲ ਦੇ ਨਾਲ ਉਹਨਾਂ ਨੂੰ ਲਗਾਤਾਰ ਉਲਝਣਾ ਪਿਆ ਉਹ ਇਹ ਸੀ ਕਿ ਉਸ ਵੇਲੇ ਸਿੱਖ ਕੌਮ ਅੰਦਰ ਰੋਸ ਤੇ ਗੁੱਸੇ ਦਾ ਜੋ ਵੇਗਸ਼ਾਲੀ ਵਹਿਣ ਵਗ ਰਿਹਾ ਸੀ, ਸਿੰਘ ਸਾਹਿਬਾਨ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਤੇ ਤਬੀਅਤ ਨਾਲ ਉਸ ਦੀ ਮੀਚਾ ਨਹੀਂ ਸੀ ਵਹਿੰਦੀ। ਸਿੱਖ ਜਜ਼ਬਾਤਾਂ ਦੀ ਸਥਿਤੀ ਇਹ ਸੀ ਕਿ ਕੁਝ ਕੁ ਕਮਜ਼ੋਰ ਦਿਲੇ ਜਾਂ ਸਵਾਰਥ ਜੀਵੀ ਤੇ ਸਰਕਾਰ ਭਗਤ ਸਿੱਖਾਂ ਨੂੰ ਛੱਡ ਕੇ ਸਿੱਖ ਕੌਮ ਦਾ ਵੱਡਾ ਹਿੱਸਾ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਲਈ ਜ਼ਿੰਮੇਵਾਰ ਰਾਜਸੀ ਹੁਕਮਰਾਨਾਂ ਤੇ ਗੁਰੂ ਮਾਰ ਪਲਟਨਾਂ ਦੀ ਅਗਵਾਈ ਕਰਨ ਵਾਲੇ ਫੌਜੀ ਜਰਨੈਲਾਂ ਨਾਲ ਕਿਸੇ ਵੀ ਪੱਧਰ ਤੇ ਕਿਸੇ ਵੀ ਤਰ੍ਹਾਂ ਦਾ ਤਾਲਮੇਲ ਨਾ ਰੱਖਣ ਅਤੇ ਉਹਨਾਂ ਨੂੰ ਕਿਸੇ ਵੀ ਰੂਪ ਵਿੱਚ ਕੋਈ ਸਹਿਯੋਗ ਨਾ ਦੇਣ ਦੀ ਅਡੋਲ ਰਾਜਨੀਤਿਕ ਸੇਧ ਅਪਣਾ ਕੇ ਚੱਲਣ ਦਾ ਮੁੱਦਈ ਸੀ। ਪਰ ਅਕਾਲੀ ਆਗੂਆਂ ਦੀ ਹੋੜ ਪਰਛਾਈ ਹੇਠ ਸਿੰਘ ਸਾਹਿਬਾਨ ਜਿਸ ਕਿਸਮ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਤੇ ਆਚਾਰ ਵਿਹਾਰ ਦੇ ਆਦੀ ਹੋ ਚੁੱਕੇ ਸਨ, ਉਸ ਵਿੱਚ ਉਹਨਾਂ ਲਈ ਇਸ ਤਰ੍ਹਾਂ ਦੀ ਸ਼ੁੱਧ ਤੇ ਕੱਟੜ ਸੇਧ ਅਪਣਾ ਸਕਣੀ ਲਗਭਗ ਅਸੰਭਵ ਜਿਹੀ ਗੱਲ ਸੀ। ਉਹਨਾਂ ਦੀ ਦ੍ਰਿਸ਼ਟੀ ਜਿਸ ਕਿਸਮ ਦੇ ਸਾਂਝੇ ਵਿੱਚ ਢਲੀ ਹੋਈ ਸੀ, ਉਸ ਵਿੱਚ ਵੇਲੇ ਦੀ ਸਰਕਾਰ ਨਾਲ ਸੀਮਤ ਸਹਿਯੋਗ ਕਰਕੇ ਚੱਲੇ ਬਗੈਰ ਉਹਨਾਂ ਨੂੰ ਹੋਰ ਕੋਈ ਅਮਲੀ ਚਾਰਾ ਦਿਖਾਈ ਨਹੀਂ ਸੀ ਦਿੰਦਾ। ਵੇਲੇ ਦੀ ਹੁਕਮਰਾਨ ਸ਼ਕਤੀ ਨਾਲ ਉੱਕਾ ਹੀ ਕੋਈ ਸਹਿਯੋਗ ਨਾ ਕਰਨ ਦੀ ਕੱਟੜ ਤੇ ਗਰਮ ਖਿਆਲੀ ਵਿਚਾਰਧਾਰਾ 'ਚੋਂ ਉਹਨਾਂ ਨੂੰ ਸਿੱਖ ਕੌਮ ਦੀ ਹੋਰ ਵੱਧ ਤਬਾਹੀ ਦੇ ਆਸਾਰ ਦਿਖਾਈ ਦਿੰਦੇ ਸਨ। ਕਿਸੇ ਵਿਅਕਤੀ ਜਾਂ ਵਰਗ ਵਿਸ਼ੇਸ਼ ਦਾ ਕਿਸੇ ਖਾਸ ਸਥਿਤੀ ਦੇ ਸਨਮੁਖ ਸਮੁੱਚਾ ਵਤੀਰਾ ਉਸ ਸਥਿਤੀ ਬਾਰੇ ਉਸ ਦੀ ਮੂਲ ਸਮਝ ਤੇ ਧਾਰਨਾ ਤੋਂ ਨਿਰਧਾਰਿਤ ਹੁੰਦਾ ਹੈ। ਇਸ ਧਾਰਨਾ ਦੇ ਬਣਨ
ਉਸਰਨ ਵਿੱਚ ਵਿਅਕਤੀ ਦੇ ਨਿੱਜੀਗਤ ਇਖਲਾਕੀ ਗੁਣਾਂ ਉਹ ਗੁਣਾਂ ਨਾਲੋਂ ਉਸ ਦੇ ਸਿਧਾਂਤਕ ਦ੍ਰਿਸ਼ਟੀਕੋਣ ਦਾ ਰੋਲ ਨਿਰਣਾਇਕ ਹੁੰਦਾ ਹੈ। ਇੱਕ ਤਰ੍ਹਾਂ ਨਾਲ ਇਸ ਧਾਰਨਾ 'ਚੋਂ ਵਿਅਕਤੀ ਦਾ ਸਿਧਾਂਤਕ ਨਜ਼ਰੀਆ ਹੀ ਰੂਪਮਾਨ ਹੋ ਰਿਹਾ ਸੀ। ਇਸ ਧਾਰਨਾ 'ਚੋਂ ਵਿਅਕਤੀ ਦਾ ਸਿਧਾਂਤਕ ਨਜ਼ਰੀਆ ਹੀ ਰੂਪਮਾਨ ਹੋ ਰਿਹਾ ਸੀ। ਇਸ ਕਰਕੇ ਇੱਥੇ ਅਸੀਂ ਸਿੰਘ ਸਾਹਿਬਾਨ ਅਤੇ ਅਕਾਲੀ ਲੀਡਰਸ਼ਿਪ ਦੇ ਸਮੁੱਚੇ ਰੋਲ ਨੂੰ ਸਮਝਣ ਤੇ ਅੰਗਣ ਲਈ ਉਹਨਾਂ ਦੇ ਨਿੱਜੀਗਤ ਇਖਲਾਕੀ ਉਹ ਗੁਣਾਂ ਉੱਤੇ ਫੋਕਸ ਕਰਨ ਦੀ ਥਾਵੇਂ ਉਹਨਾਂ ਦੇ ਸਿਧਾਂਤਕ ਦ੍ਰਿਸ਼ਟੀਕੋਣ ਉੱਤੇ ਜ਼ਿਆਦਾ ਕੇਂਦਰਿਤ ਕਰਨ ਦੀ ਸੁਚੇਤ ਸਿਧਾਂਤਕ ਪਹੁੰਚ ਤੇ ਵਿਧੀ ਅਪਣਾ ਕੇ ਚੱਲ ਰਹੇ ਹਾਂ। ਸਿੱਖ ਸਾਹਿਬਾਨ ਦੀ ਦਰਪੇਸ਼ ਸਥਿਤੀ ਬਾਰੇ ਸਮਝ ਅਤੇ ਧਾਰਨਾ ਦਾ ਹਾਲ ਇਹ ਸੀ ਕਿ 3 ਜੂਨ ਦੀ ਰਾਤ ਪੈ ਜਾਣ ਤੱਕ ਵੀ ਜਦ ਦਰਬਾਰ ਸਾਹਿਬ ਦੁਆਲੇ ਫੌਜ ਨੇ ਕਸਬਾ ਘੇਰਾ ਪਾ ਲਿਆ ਸੀ ਅਤੇ CRPF ਦੁਆਰਾ 2 ਦਿਨਾਂ ਤੋਂ ਦਰਬਾਰ ਸਾਹਿਬ ਭਵਨ ਸਮੂਹ ਉੱਤੇ ਲਗਾਤਾਰ ਅੰਧਾਧੁੰਦ ਗੋਲੀਬਾਰੀ ਦਾ ਸਿਲਸਿਲਾ ਜਾਰੀ ਸੀ, ਉਹਨਾਂ ਨੂੰ ਭਾਰਤੀ ਹਾਕਮਾਂ ਦੇ ਦੁਸ਼ਟ ਇਰਾਦਿਆਂ ਤੇ ਵਾਪਰਨ ਵਾਲੇ ਘਟਨਾਕ੍ਰਮ ਦੀ ਗੰਭੀਰਤਾ ਦਾ ਹਕੀਕੀ ਆਭਾਸ ਤੇ ਅਹਿਸਾਸ ਨਹੀਂ ਸੀ ਹੋਇਆ। ਗਿਆਨੀ ਕਿਰਪਾਲ ਸਿੰਘ ਦੇ ਆਪਣੇ ਕਥਨ ਅਨੁਸਾਰ 3 ਜੂਨ ਨੂੰ ਦੁਪਹਿਰ ਤੋਂ ਬਾਅਦ ਜਦ ਉਸ ਨੇ ਜਥੇਦਾਰ ਗੁਰਚਰਨ ਸਿੰਘ ਟੋੜਾ ਤੇ ਹੋਰਨਾਂ ਮੋਹਤਬਰਾਂ ਨਾਲ ਦਰਬਾਰ ਸਾਹਿਬ ਭਵਨ ਸਮੂਹ ਦੇ ਅੰਦਰ ਤੇ ਬਾਹਰ ਸ਼ਕਲ ਧਾਰਨ ਕਰ ਰਹੇ ਹਾਲਾਤ ਬਾਰੇ ਡੂੰਘਾ ਵਿਚਾਰ ਵਟਾਂਦਰਾ ਕੀਤਾ ਤਾਂ ਸਾਰਿਆਂ ਦੇ ਮਨ ਵਿੱਚ ਇਹ ਖਦਸ਼ਾ ਸੀ ਕਿ ਸਰਕਾਰ ਕੋਈ ਵੱਡਾ ਐਕਸ਼ਨ ਕਰਨ ਵਾਲੀ ਹੈ, ਪਰ ਫੌਜ ਦੇ ਸਮੂਹ ਅੰਦਰ ਆਉਣ ਦਾ ਕਿਸੇ ਨੂੰ ਵੀ ਚਿੱਤ ਚੇਤਾ ਨਹੀਂ ਸੀ। ਹਾਲਾਂਕਿ ਸਿਰਫ ਚੰਦ ਘੰਟੇ ਪਹਿਲਾਂ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਿਕਟ ਸਹਿਯੋਗੀਆਂ ਭਾਈ ਅਮਰੀਕ ਸਿੰਘ ਅਤੇ ਭਾਈ ਰਛਪਾਲ ਸਿੰਘ PA ਨੇ ਗਿਆਨੀ ਕਿਰਪਾਲ ਸਿੰਘ ਨਾਲ ਆਪਣੀ ਇੱਕ ਉਚੇਚੀ ਗੱਲਬਾਤ ਦੇ ਦੌਰਾਨ ਉਸ ਨੂੰ ਇਸ ਗੱਲ ਤੋਂ ਸਾਫ਼ ਅਗਾਹ ਕਰ ਦਿੱਤਾ ਸੀ ਕਿ ਕੇਂਦਰੀ ਸਰਕਾਰ ਦਾ ਸਿੱਖਾਂ ਪ੍ਰਤੀ ਮਨ ਸਾਫ਼ ਨਹੀਂ ਹੈ ਅਤੇ ਪੂਰੀ ਸੰਭਾਵਨਾ ਹੈ ਕਿ ਸਾਡੀ ਸਰਕਾਰ ਨਾਲ ਸਿੱਧੀ ਟੱਕਰ ਹੋ ਜਾਵੇਗੀ, ਜਿਸ ਸੂਰਤ ਵਿੱਚ ਉਹਨਾਂ ਨੇ ਗਿਆਨੀ ਜੀ ਨੂੰ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਰਤ ਸਰਕਾਰ ਦੀਆਂ ਸੁਰੱਖਿਆ ਫੋਰਸਾਂ ਅੰਦਰਲੇ ਸਾਰੇ ਸਿੱਖਾਂ ਨੂੰ ਛੇਤੀ ਤੋਂ ਛੇਤੀ ਅਸਤੀਫੇ ਦੇ ਕੇ ਪੰਥ ਦਾ ਸਾਥ ਦੇਣ ਦੀ ਅਪੀਲ ਜਾਰੀ ਕਰਨ ਦੀ ਨਿਮਰ ਬੇਨਤੀ ਕੀਤੀ ਸੀ। ਪਰੰਤੂ ਗਿਆਨੀ ਕਿਰਪਾਲ ਸਿੰਘ ਤੇ ਜਥੇਦਾਰ ਟੋੜਾ ਨੇ ਤੇਜ਼ੀ ਨਾਲ ਕਰਵਟ ਲੈ ਰਹੇ ਘਟਨਾਕ੍ਰਮ ਦੇ ਬਾਰੇ ਵਿੱਚ ਭਾਈ ਸਾਹਿਬਾਨ ਹੋਰਾਂ ਦੇ ਇਸ ਭਾਵਪੂਰਤ ਪ੍ਰਭਾਵ ਜਾਇਜ਼ੇ ਨੌਜਵਾਨਾਂ ਵਾਲੇ ਜ਼ਿਆਦਾ ਗਰਮ ਜਜ਼ਬਾਤ ਕਹਿ ਕੇ ਥਾਏ ਨਕਾਰ ਦਿੱਤਾ ਸੀ ਅਤੇ ਭਾਈ ਸਾਹਿਬਾਨ ਹੋਰਾਂ ਦੇ ਸੁਝਾਅ ਵਿੱਚ ਉਹਨਾਂ ਨੂੰ ਸਾਰੀ ਕੌਮ ਦਾ ਉਜਾੜਾ ਕਰ ਬੈਠਣ ਵਾਲੀ ਥੋੜ ਦ੍ਰਿਸ਼ਟੀ ਨਜ਼ਰ ਆਈ ਸੀ। ਪੰਥ ਦੀਆਂ 2 ਮੋਹਰੀ ਧਾਰਮਿਕ ਹਸਤੀਆਂ ਦਾ ਇਸ ਕਦਰ ਨਕਾਰਾਤਮਕ ਹੁੰਗਾਰਾ ਨਿਰਾਪੂਰਾ ਨਿੱਜੀਗਤ ਅਰਥਾਂ ਵਿੱਚ ਕਮਜ਼ੋਰ ਦਿਲੀ ਦੀ ਪੈਦਾਇਸ਼ ਜਾਂ ਪ੍ਰਗਟਾਵਾ ਨਹੀਂ ਸਮਝਿਆ ਜਾਣਾ ਚਾਹੀਦਾ। ਦਰਪੇਸ਼ ਸਥਿਤੀ ਬਾਰੇ ਉਹਨਾਂ ਦੀ ਸਮਝ ਅਤੇ ਉਹਨਾਂ ਦੇ ਸਮੁੱਚੇ ਸਿਧਾਂਤਕ ਨਜ਼ਰੀਏ ਦੀ ਇਸ ਉੱਤੇ ਗੂੜੀ ਪਾ ਚੜ੍ਹੀ ਹੋਈ ਸੀ। ਬਣ ਉਸਰ ਰਹੀ ਸਥਿਤੀ ਦੇ ਦੋਨੋਂ ਮੂਲ ਵਿਰੋਧੀ ਲੜਾਂ ਭਾਰਤੀ ਹਾਕਮਾਂ ਵੱਲੋਂ ਦਰਬਾਰ ਸਾਹਿਬ ਉੱਤੇ ਕਹਿਰ ਭਰਿਆ ਫੌਜੀ ਧਾਵਾ ਬੋਲਣ ਦੇ ਦੁਸ਼ਟ ਇਰਾਦੇ ਤੇ ਉਹਨਾਂ ਦੇ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਵੱਧ ਰਹੇ ਕਦਮਾਂ ਬਾਰੇ ਅਤੇ ਦੂਜੇ ਬੰਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਜੁਝਾਰੂ ਸੰਗੀਆਂ ਦੁਆਰਾ ਇਸ ਹਮਲੇ ਦਾ ਸੈਨਿਕ ਪੱਧਰ ਤੇ ਸਿੱਧਕ ਦਿਲੀ ਨਾਲ ਟਾਕਰਾ ਕਰਨ ਤੇ ਦ੍ਰਿੜ ਚਟਾਨੀ ਇਰਾਦੇ ਤੇ ਅਮਲੀ ਤਿਆਰੀਆਂ ਬਾਰੇ ਉਹਨਾਂ ਦੀ ਸਮਝ ਬੇਹੱਦ ਕੱਚੀ ਤੇ ਭਰਮਗ੍ਰਸਤ ਸੀ। ਨਾ ਉਹਨਾਂ ਨੂੰ ਹਮਲੇ ਦੇ ਆਕਾਰ ਤੇ ਭਿਆਨਕਤਾ ਦਾ ਸਹੀ ਅੰਦਾਜ਼ਾ ਸੀ ਅਤੇ ਨਾ ਹੀ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸ਼ਹੀਦੀ ਜਥੇ ਦੀ ਜੁਝਾਰੂ ਸਪਰਿਟ ਤੇ ਲੜਾਕੂ ਸਮਰੱਥਾ ਦਾ ਅਸਲੀ ਗਿਆਨ ਤੇ ਅਨੁਮਾਨ ਸੀ। ਇਸ ਕਰਕੇ 3 ਜੂਨ ਨੂੰ ਭਾਈ ਅਮਰੀਕ ਸਿੰਘ ਹੋਰਾਂ ਨਾਲ ਹੋਏ ਭਾਵਪੂਰਤ ਗਿਆਨੀ ਕਿਰਪਾਲ ਸਿੰਘ ਜੀ ਨਾ ਸਿਰਫ ਉਸ ਰਾਤ ਵੀ ਆਪਣੇ ਘਰ ਜਾ ਕੇ ਰੋਜ਼ ਵਾਂਗ ਹੀ ਪਰਿਵਾਰ ਸਮੇਤ ਕੋਠੇ ਉੱਪਰ ਲੰਮੀਆਂ ਤਾਣ ਕੇ ਜਾ ਸੁੱਤੇ ਸਨ, ਸਗੋਂ ਉਸ ਰਾਤ ਭਾਰਤ ਸਰਕਾਰ ਦੁਆਰਾ TV ਤੇ ਰੇਡੀਓ ਤੋਂ ਨਸ਼ਰ ਕੀਤੇ ਗਏ ਜੰਗੀ ਐਲਾਨਾਂ ਤੇ ਫਾਰਮੂਲਾਂ ਅਤੇ ਵੱਡੇ ਤਕੜੇ ਫੌਜ ਵੱਲੋਂ ਦਰਬਾਰ ਸਾਹਿਬ ਭਵਨ ਸਮੂਹ ਉੱਤੇ ਤੋਪਾਂ ਨਾਲ ਅੰਧਾਧੁੰਦ ਗੋਲੀਬਾਰੀ ਆਰੰਭ ਕਰ ਦੇਣ ਤੋਂ ਬਾਅਦ ਵਿਗਿਆਨੀ ਜੀ ਨੂੰ ਭਾਵੀ ਘਟਨਾਕ੍ਰਮ ਦਾ ਹਕੀਕੀ ਆਭਾਸ ਹੀ ਨਾ ਹੋਇਆ।
ਉਹਨਾਂ ਨੇ ਆਪਣੇ ਕਥਨ ਅਨੁਸਾਰ ਹੀ ਇਸ ਸਾਰੇ ਘਟਨਾਕ੍ਰਮ ਤੋਂ ਸਿਆਣਿਆਂ ਨੂੰ ਇਹ ਜਾਪਣ ਲੱਗ ਪਿਆ ਸੀ ਕਿ ਅੱਜ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਹੋਵੇਗਾ। ਪਰ ਕਿੰਨਾ ਭਿਆਨਕ ਤੇ ਵਹਿਸ਼ੀ ਗਿਆਨੀ ਜੀ ਨੂੰ ਉਦੋਂ ਤੱਕ ਵੀ ਇਸ ਗੱਲ ਦਾ ਉੱਕਾ ਹੀ ਕੋਈ ਬੋਧ ਅਨੁਮਾਨ ਨਹੀਂ ਸੀ ਹੋਇਆ। ਉਹਨਾਂ ਦੀ ਕਲਪਨਾ ਵੱਧ ਤੋਂ ਵੱਧ ਇੱਥੋਂ ਤੱਕ ਹੀ ਜਾ ਸਕੀ ਕਿ ਰਾਤ ਨੂੰ ਫੌਜ ਕੰਪਲੈਕਸ ਵਿੱਚ ਦਾਖਲ ਹੋ ਕੁਛ ਕਰਨ ਵਾਲੇ ਕੈਦ ਛੱਡ ਕੇ ਅੰਦਰਲੇ ਖਾੜਕੂ ਸਿੰਘਾਂ ਨੂੰ ਗ੍ਰਿਫਤਾਰ ਕਰ ਲਵੇਗੀ। ਬਸ ਉਹਨਾਂ ਦੀ ਦ੍ਰਿਸ਼ਟੀ ਇੱਥੋਂ ਤੱਕ ਹੀ ਦੇਖ ਸਕੀ ਸੀ। ਇਸ ਦੇ ਟਾਕਰੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਬਹੁਤ ਚਿਰ ਪਹਿਲਾਂ ਹੀ ਆਉਣ ਵਾਲੇ ਸਮੇਂ ਦਾ ਪੂਰਾ ਤੇ ਸਹੀ ਅਨੁਮਾਨ ਲਾ ਲਿਆ ਹੋਇਆ ਸੀ। 1978 ਦੀ ਵਿਸਾਖੀ ਦੀ ਖੂਨੀ ਘਟਨਾ ਤੋਂ ਉਹਨਾਂ ਨੂੰ ਇਹ ਸਹੀ ਹੋ ਗਿਆ ਸੀ ਕਿ ਹਿੰਦੂ ਹਾਕਮਾਂ ਦੀ ਸਿੱਖਾਂ ਪ੍ਰਤੀ ਨੀਤ ਵਿਗੜੀ ਹੋਈ ਹੈ ਅਤੇ ਸਿੱਖਾਂ ਦੇ ਦਿਮਾਗਾਂ ਤੇ ਹਿਰਦਿਆਂ ਵਿੱਚੋਂ ਸਿੱਖ ਧਰਮ ਦੀ ਸਦੀਵੀ ਸੁਤੰਤਰਤਾ ਤੇ ਸਿੱਖ ਹਸਤੀ ਦੇ ਨਿਆਰੇਪਣ ਦੇ ਅਹਿਸਾਸ ਤੇ ਚੇਤਨਾ ਨੂੰ ਮਲੀਆ ਮੇਟ ਕਰਨ ਲਈ ਉਹਨਾਂ ਨੇ ਕੋਈ ਵੀ ਅਪਰਾਧ ਕਰਨ ਤੋਂ ਨਹੀਂ ਝਿਜਕਣਾ ਤੇ ਨਾ ਹੀ ਰੁਕਣਾ ਹੈ। ਉਸ ਤੋਂ ਬਾਅਦ ਘਟੀਆ ਘਟਨਾਵਾਂ ਨਾਲ ਜਿਵੇਂ ਜਿਵੇਂ ਉਹਨਾਂ ਦੇ ਇਸ ਨਿਰਣੇ ਦੀ ਗੂੜ੍ਹ ਪੁਸ਼ਟੀ ਹੁੰਦੀ ਗਈ, ਤਿਵੇਂ ਤਿਵੇਂ ਉਹ ਸਿੱਖ ਕੌਮ ਨੂੰ ਆਉਣ ਵਾਲੇ ਸਮੇਂ ਦੀ ਗੰਭੀਰਤਾ ਦਾ ਅਹਿਸਾਸ ਕਰਾਉਂਦੇ ਅਤੇ ਪੈਦਾ ਹੋ ਰਹੇ ਹਾਲਾਤਾਂ ਤੇ ਚੁਣੌਤੀਆਂ ਦਾ ਟਾਕਰਾ ਕਰਨ ਲਈ ਪੰਥ ਅੰਦਰ ਕੌਮੀ ਚੇਤਨਾ ਤੇ ਜਜ਼ਬੇ ਦਾ ਸੰਚਾਰ ਕਰਦੇ ਗਏ ਤੇ ਨਾਲ ਹੀ ਪੈਦਾ ਹੋ ਰਹੀਆਂ ਨਵੀਆਂ ਜਥੇਬੰਦਕ ਤੇ ਸੈਨਿਕ ਲੋੜਾਂ ਦਾ ਵੀ ਬਰਾਬਰ ਖਿਆਲ ਅਤੇ ਬੰਦੋਬਸਤ ਕਰਦੇ ਰਹੇ। ਅਕਤੂਬਰ 1983 ਵਿੱਚ ਆਪਣੇ ਇੱਕ ਅਤ ਵਿਸ਼ਵਾਸ ਪਾਤਰ ਸੱਜਣ ਨਾਲ ਗੂੜ੍ਹ ਵਾਰਤਾਲਾਪ ਦੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਗਹਿਰ ਗੰਭੀਰ ਅੰਦਾਜ਼ ਧਾਰਨ ਕਰਦੇ ਹੋਏ ਭਾਵੇਂ ਹੋਣੀ ਦੀ ਇਹ ਸਾਫ਼ ਤਸਵੀਰ ਵਾਹ ਦਿੱਤੀ ਸੀ ਕਿ ਦਰਬਾਰ ਸਾਹਿਬ ਦੁਆਲੇ 1 ਲੱਖ ਫੌਜ ਦਾ ਘੇਰਾ ਪਵੇਗਾ, ਗਹਿ ਗਚਵੀਂ ਲੜਾਈ ਹੋਵੇਗੀ, ਦਮਦਮੀ ਟਕਸਾਲ ਦਾ ਸਾਰਾ ਜੱਥਾ ਸ਼ਹੀਦ ਹੋ ਜਾਵੇਗਾ, ਕੋਈ ਟਾਵਾਂ ਵਿਰਲਾ ਹੀ ਜਿਉਂਦਾ ਵਜੇਗਾ, ਪਰਿਕਰਮਾ ਅੰਦਰ ਲਹੂ ਵਿੱਚ ਘੋੜੇ ਦੀ ਟਾਪ ਡੁੱਬੇਗੀ। ਇਸ ਤੋਂ ਦ੍ਰਿਸ਼ਟੀ ਦੇ ਵੱਖਰੇਵੇਂ ਸਾਫ਼ ਨਜ਼ਰ ਆ ਜਾਂਦੇ ਹਨ। ਅਕਾਲੀ ਲੀਡਰਸ਼ਿਪ ਸਮੇਤ ਹੀ ਸਿੰਘ ਸਾਹਿਬਾਨ ਦੇ ਸਿਧਾਂਤਕ ਦ੍ਰਿਸ਼ਟੀਕੋਣ ਦੀ ਉਪਰੋਕਤ ਵਜੂਦ ਸਮੋਈ ਉਣਤਾਈ ਨੇ ਉਹਨਾਂ ਦੇ ਸਮੁੱਚੇ ਰੋਲ ਅਤੇ ਸਰਗਰਮੀਆਂ ਉੱਤੇ ਆਪਣਾ ਗੂੜ੍ਹਾ ਨਾ ਪੱਖੀ ਅਸਰ ਛਪਾਇਆ। ਜਿਹੜੀ ਲੀਡਰਸ਼ਿਪ ਅਗਲੇ 48 ਘੰਟਿਆਂ ਦੌਰਾਨ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਰਚੇ ਜਾਣ ਵਾਲੇ ਇਤਿਹਾਸ ਦੀ ਕਲਪਨਾ ਕਰ ਸਕਣ ਦੇ ਹੀ ਅਯੋਗ ਸੀ, ਉਹ ਇਸ ਇਤਿਹਾਸ ਦੀ ਝਾਲ ਕਿਵੇਂ ਚੱਲ ਸਕਦੀ ਸੀ ਅਤੇ ਉਸ ਨੇ ਇਸ ਇਤਿਹਾਸ ਦੀ ਸੰਭਾਲ ਕੀ ਕਰ ਸਕਣੀ ਸੀ। ਭੁੱਲ ਚੁੱਕ ਮਾਫ਼ ਕਰਨੀ, ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।